हाँ जी, वाहिगुरू जी का खालसा वाहिगुरू जी की फतेह जी। स्वागत है ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ। ਦੋਸਤੋ ਅੱਜ ਗੱਲ ਕਰਾਂਗੇ ਸ਼ਹੀਦ ਭਾਈ ਸੁਬੇਗ ਸਿੰਘ ਫੌਜੀ ਬਾਰੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਤੇ ਜਨਰਲ ਸੁਬੇਗ ਸਿੰਘ ਜੀ ਦੀ ਸਿਖਲਾਈ ਪ੍ਰਾਪਤ ਸੂਰਮੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਦਿੱਲੀ ਤੋਂ ਆਈ ਪਾਪ ਦੀ ਜੰਜ ਨਾਲ ਜੂਝਦੇ ਹੋਏ ਸ਼ਹੀਦ ਹੋਏ। ਉਹਨਾਂ ਵਿੱਚ ਭਾਈ ਸੁਬੇਗ ਸਿੰਘ ਫੌਜੀ ਵੀ ਇੱਕ ਸਨ। ਭਾਈ ਸੁਬੇਗ ਸਿੰਘ ਦਾ ਜਨਮ ਜੂਨ 1935 ਵਿੱਚ ਸਰਦਾਰ ਹਰਦਿੱਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਨਰੈਣ ਕੌਰ ਦੀ ਕੁੱਖੋਂ ਪਿੰਡ ਬੁਰਜ ਪੂਲਾ ਨੇੜੇ ਹਰੀਕੇ ਪੱਤਣ ਅੰਮ੍ਰਿਤਸਰ ਵਿਖੇ ਹੋਇਆ। ਵਧੀਆ ਖੁਰਾਕ ਤੇ ਕਸਰਤੀ ਸਰੀਰ ਕਾਰਨ ਆਪ ਸਨ 1993 ਵਿੱਚ 18 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਆਪ ਦੇ ਨਾਲ ਆਪ ਦਾ ਦੋਸਤ ਬਣਿਆ ਇੱਕ ਨੌਜਵਾਨ ਬਲਦੇਵ ਸਿੰਘ ਧਾਰਮਿਕ ਤੌਰ ਤੇ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ। ਉਸ ਨੇ ਛੁੱਟੀ ਆਏ ਭਾਈ ਸੁਬੇਗ ਸਿੰਘ ਨੂੰ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਧਰਮ ਪ੍ਰਚਾਰ ਮੁਹਿੰਮ ਅਧੀਨ ਆਯੋਜਿਤ ਦੀਵਾਨ 'ਚ ਚੱਲਣ ਲਈ ਕਿਹਾ, ਪਰ ਸੁਬੇਗ ਸਿੰਘ ਜਾਣਾ ਨਹੀਂ ਸੀ ਚਾਹੁੰਦੇ। ਕਾਫੀ ਜ਼ੋਰ ਪਾਏ ਜਾਣ ਤੋਂ ਬਾਅਦ ਸੁਬੇਗ ਸਿੰਘ ਇਸ ਸ਼ਰਤ ਤੇ ਰਾਜੀ ਹੋਏ ਕਿ ਜੇਕਰ ਸੰਤ ਗੁਰਬਚਨ ਸਿੰਘ ਜੀ ਨੇ ਮੇਰੇ ਮਨ ਦੀ ਗੱਲ ਬੁੱਝ ਲਈ ਤਾਂ ਠੀਕ ਹੈ, ਨਹੀਂ ਤਾਂ ਅਗਲੀ ਵਾਰ ਮੈਨੂੰ ਨਾਲ ਚੱਲਣ ਦੀ ਨਾ ਕਹੀ। ਸ਼ਰਧਾਵਾਨ ਸਿੱਖ ਬਲਦੇਵ ਸਿੰਘ ਨੇ ਇਹ ਸ਼ਰਤ ਮੰਨ ਲਈ। ਸੁਬੇਗ ਸਿੰਘ ਨੇ ਮਨ ਵਿੱਚ ਕੋਈ ਵਿਚਾਰ ਸੋਚ ਲਈ, ਜਿਸ ਨੂੰ ਕਿ ਸੰਤ ਗੁਰਬਚਨ ਸਿੰਘ ਜੀ ਨੇ ਕਥਾ ਕਰਦਿਆਂ ਹੀ ਇਸ਼ਾਰੇ ਰਾਹੀਂ ਪ੍ਰਗਟਾਵਾ ਕਰ ਦਿੱਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸੁਬੇਗ ਸਿੰਘ ਦਮਦਮੀ ਟਕਸਾਲ ਨਾਲ ਪੱਕੇ ਤੌਰ ਤੇ ਜੁੜ ਗਏ। ਸੁਬੇਗ ਸਿੰਘ ਫੌਜ ਵਿੱਚ ਜੰਗ ਲੜਨ ਦੇ ਚਾਅ ਨਾਲ ਹੀ ਭਰਤੀ ਹੋਏ ਸਨ। ਜਦੋਂ ਸਨ 1962 ਦੀ ਜੰਗ ਲੱਗੀ ਤਾਂ ਆਪ ਘਰ ਛੁੱਟੀ ਆਏ ਹੋਏ ਸਨ। ਆਪ ਨੂੰ ਹਗਾਮੀ ਹਾਲਤ ਵਿੱਚ ਵਾਪਸ ਪਰਤਣ ਬਾਰੇ ਟੈਲੀਗ੍ਰਾਮ ਪਹੁੰਚੀ। ਉਸ ਸਮੇਂ ਆਪ ਕੇਸੀ ਇਸ਼ਨਾਨ ਕਰਕੇ ਬੈਠੇ ਹੋਏ ਸਨ। ਟੈਲੀਗ੍ਰਾਮ ਪੜ੍ਹ ਕੇ ਆਪ ਤੁਰੰਤ ਡਿਊਟੀ 'ਤੇ ਜਾਣ ਲਈ ਤਿਆਰ ਹੋ ਗਏ। ਆਪ ਦੇ ਪਰਿਵਾਰਕ ਮੈਂਬਰ ਆਪ ਦਾ ਜੰਗ ਵਿੱਚ ਜਾਣਾ ਸੁਣ ਕੇ ਕੁਝ ਪਰੇਸ਼ਾਨ ਹੋ ਗਏ ਤਾਂ ਆਪ ਕਾਹਲੀ ਪਾਉਂਦੇ ਹੋਏ ਕਹਿਣ ਲੱਗੇ, ਮਸਾਂ ਮੇਰਾ ਜੰਗ 'ਚ ਲੜਨ ਦਾ ਚਾਅ ਪੂਰਾ ਹੋਣ ਲੱਗਾ ਤੇ ਤੁਸੀਂ ਐਵੇਂ ਮੂੰਹ ਲਟਕਾਈ ਫਿਰਦੇ ਹੋ। ਉਹ ਤਿਆਰੀ ਕਰਕੇ ਛੇਤੀ ਹੀ ਰਵਾਨਾ ਹੋ ਗਏ, ਪਰ ਜਦੋਂ ਤੱਕ ਉਹ ਵਾਪਸ ਡਿਊਟੀ ਤੇ ਪਹੁੰਚੇ ਆਪ ਨੂੰ ਕਿਸ ਮੋਰਚੇ ਤੇ ਭੇਜਣਾ ਹੈ ਇਸ ਦਾ ਫੈਸਲਾ ਹੋਇਆ। ਮੋਰਚੇ ਤੱਕ ਪਹੁੰਚੇ ਤਾਂ ਲੜਾਈ ਬੰਦ ਹੋ ਗਈ। ਉਹ ਕਹਿਣ ਲੱਗੇ ਕਿ ਮੇਰਾ ਜੰਗ ਦਾ ਚਾਅ ਅਧੂਰਾ ਰਹਿ ਗਿਆ, ਪਰ ਬਾਅਦ ਵਿੱਚ 1965 ਤੇ 1971 ਦੀਆਂ ਜੰਗਾਂ 'ਚ ਉਹਨਾਂ ਬਹੁਤ ਬਹਾਦਰੀ ਦਿਖਾਈ, ਜਿਸ ਕਾਰਨ ਉਹਨਾਂ ਨੂੰ ਕਈ ਮੈਡਲ ਮਿਲੇ। ਸੰਨ 1966 'ਚ ਆਪ ਦਾ ਵਿਆਹ ਬੀਬੀ ਜਸਵੰਤ ਕੌਰ ਸਪੁੱਤਰੀ ਸਰਦਾਰ ਮੱਸਾ ਸਿੰਘ ਪਿੰਡ ਭੱਗੂਪੁਰ ਨੇੜੇ ਪੱਟੀ ਨਾਲ ਹੋਇਆ। ਵਿਆਹ ਤੋਂ 6 ਸਾਲ ਤੱਕ ਜਦੋਂ ਆਪ ਦੇ ਘਰੇ ਔਲਾਦ ਨਾ ਹੋਈ ਤਾਂ ਦਮਦਮੀ ਟਕਸਾਲ ਨਾਲ ਸ਼ਰਧਾ ਹੋਣ ਕਾਰਨ ਆਪ ਨੇ ਸੰਤਾਂ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ। ਸੰਗਤ ਦੀ ਅਰਦਾਸ ਸੁਣੀ ਗਈ ਤੇ ਆਪ ਦੇ ਘਰ ਵਿਆਹ ਤੋਂ 7 ਸਾਲ ਬਾਅਦ ਭੁਜੰਗੀ ਨੇ ਜਨਮ ਲਿਆ, ਜਿਸ ਦਾ ਨਾਂ ਪਰਮਜੀਤ ਸਿੰਘ ਰੱਖਿਆ ਗਿਆ। ਫਿਰ ਆਪ ਦੇ ਘਰ ਇੱਕ ਹੋਰ ਭੁਜੰਗੀ ਵੀ ਪੈਦਾ ਹੋਇਆ, ਜਿਸ ਦਾ ਨਾਂ ਸੁਰਿੰਦਰਪਾਲ ਸਿੰਘ ਰੱਖਿਆ ਗਿਆ। ਸੰਨ 1974 ਵਿੱਚ ਆਪ ਫੌਜ ਵਿੱਚੋਂ ਹਵਲਦਾਰ ਦੀ ਪੋਸਟ ਤੋਂ ਰਿਟਾਇਰ ਹੋਏ। ਰਿਟਾਇਰ ਹੋਣ ਪਿੱਛੋਂ ਆਪ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਅੰਮ੍ਰਿਤਸਰ ਵਿਚਲੀ ਇੱਕ ਬ੍ਰਾਂਚ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਆਰੰਭ ਕਰ ਦਿੱਤੀ। ਆਪ ਪਿੰਡ ਵਿੱਚੋਂ ਰੋਜ਼ਾਨਾ ਅੰਮ੍ਰਿਤਸਰ ਆਉਣ ਜਾਣ ਕਰਦੇ, ਪਰ ਟਕਸਾਲ ਦੇ ਹੈੱਡਕੁਆਰਟਰ ਵਿਖੇ ਆਪ ਦਾ ਆਉਣਾ ਜਾਣਾ ਨਿਰੰਤਰ ਜਾਰੀ ਰਿਹਾ। ਸੰਨ ਗੁਰਬਚਨ ਸਿੰਘ, ਸੰਤ ਕਰਤਾਰ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੇ ਨਾਲ ਵੀ ਆਪ ਦੀ ਨੇੜਤਾ ਬਰਕਰਾਰ ਰਹੀ। ਸੰਨ 1978 'ਚ ਜਦੋਂ ਨਰਕਧਾਰੀਆਂ ਨੂੰ ਗੁਰੂ ਸਾਹਿਬ ਵਿਰੁੱਧ ਕੁਬਚਨ ਬੋਲਣ ਹਟਾਉਣ ਸ਼ਾਂਤਮਈ ਸਿੰਘਾਂ ਦਾ ਜਥਾ ਤੁਰਿਆ ਤਾਂ ਆਪ ਉਸ ਵਿੱਚ ਸ਼ਾਮਲ ਸਨ। ਉਸ ਸਾਕੇ ਵਿੱਚ ਆਪ ਨੂੰ ਵੀ ਗੋਲੀ ਵੱਜੀ ਤੇ ਆਪ ਜ਼ਖਮੀ ਹੋ ਗਏ। ਇਸ ਸਾਕੇ 'ਚ ਸ਼ਹੀਦ ਹੋਇਆ ਭਾਈ ਰਗਬੀਰ ਸਿੰਘ ਭੱਗਪੁਰ ਆਪ ਦੇ ਸਹੁਰਾ ਪਿੰਡ ਵਿੱਚੋਂ ਸੀ ਤੇ ਆਪ ਦਾ ਨਜ਼ਦੀਕੀ ਸੀ। ਇਸ ਪਿੱਛੋਂ ਆਪ ਆਪਣੀ ਨੌਕਰੀ ਕਰਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਵੱਲੋਂ ਆਰੰਭ ਕੀਤੇ ਧਰਮੀ ਯੁੱਧ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗੇ। ਫਿਰ ਜਦੋਂ ਸੰਤ ਜਰਨੈਲ ਸਿੰਘ ਪੱਕੇ ਤੌਰ ਤੇ ਸ਼੍ਰੀ ਅੰਮ੍ਰਿਤਸਰ ਆ ਗਏ ਤਾਂ ਆਪ ਦਾ ਉਹਨਾਂ ਨਾਲ ਮੇਲ ਜੋਲ ਤੇ ਸਰਗਰਮੀਆਂ ਹੋਰ ਵੱਧ ਗਈਆਂ। 1984 ਵਿੱਚ ਸੰਤ ਜਰਨੈਲ ਸਿੰਘ ਜੀ ਲਈ ਪ੍ਰਸ਼ਾਦਾ ਆਪ ਆਪਣੇ ਘਰੋਂ ਬਣਾ ਕੇ ਲਿਆਇਆ ਕਰਦੇ ਸਨ। ਪਿੰਡੋਂ ਆਪ ਸਵੇਰੇ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਉਂਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਲੀ ਰਿਹਾਇਸ਼ ਵਿਖੇ ਸੰਤਾਂ ਨੂੰ ਛਕਾਉਂਦੇ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਬੈਂਕ 'ਚ ਡਿਊਟੀ ਤੇ ਚਲੇ ਜਾਂਦੇ। ਛੁੱਟੀ ਉਪਰੰਤ ਦਰਬਾਰ ਸਾਹਿਬ ਦਰਸ਼ਨ ਕਰਕੇ ਸੰਤਾਂ ਕੋਲ ਹਾਜ਼ਰੀ ਭਰ ਕੇ ਵਾਪਸ ਪਿੰਡ ਪਰਤ ਜਾਂਦੇ।
ਸੰਤ ਜਰਨੈਲ ਸਿੰਘ ਦੀ ਫੌਜ ਵਿੱਚ ਹੁਣ ਭਾਰਤੀ ਫੌਜ ਵਿੱਚੋਂ ਆਏ 2 ਸੁਬੇਗ ਸਿੰਘ ਹੋ ਗਏ ਸਨ। ਪਹਿਲੇ ਸਨ ਜੁਝਾਰੂ ਸਿੰਘਾਂ ਨੂੰ ਟ੍ਰੇਨਿੰਗ ਦੇਣ ਅਤੇ ਭਾਰਤੀ ਫੌਜ ਦੇ ਮੁਕਾਬਲੇ ਲਈ ਮੋਰਚਾਬੰਦ ਕਰਨ ਵਾਲੇ ਜਨਰਲ ਸੁਬੇਗ ਸਿੰਘ ਤੇ ਦੂਜੇ ਭਾਈ ਸੁਬੇਗ ਸਿੰਘ ਜੀ ਫੌਜੀ। ਘਰ ਵਿੱਚ ਆਪ ਨੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਤੇ ਆਪ ਉੱਥੇ ਹੀ ਹੇਠਾਂ ਦਰੀ ਤੇ ਇਕੱਲੇ ਸੌਂਦੇ ਸਨ। ਆਪ ਦਾ ਵੱਡਾ ਲੜਕਾ ਪਰਮਜੀਤ ਸਿੰਘ ਉਦੋਂ 13 ਕੁ ਸਾਲ ਦਾ ਸੀ। ਉਹ ਦੱਸਦਾ ਹੈ ਕਿ ਕਈ ਵਾਰ ਮੈਂ ਜਿੱਦ ਕਰਕੇ ਉਹਨਾਂ ਦੇ ਨਾਲ ਉਸ ਕਮਰੇ 'ਚ ਸੌਂ ਜਾਂਦਾ ਤੇ ਕਈ ਵਾਰ ਜਦੋਂ ਅੱਧੀ ਰਾਤ ਨੂੰ ਮੇਰੀ ਜਾਗ ਖੁੱਲ੍ਹ ਜਾਂਦੀ ਤਾਂ ਮੈਂ ਉਹਨਾਂ ਨੂੰ ਚੌਂਕੜਾਂ ਮਾਰੀ ਸਿਮਰਨ ਵਿੱਚ ਲੀਨ ਹੀ ਵੇਖਦਾ ਸੀ। ਆਪ ਧਰਮ ਯੁੱਧ ਨੂੰ ਇੰਨੇ ਸਮਰਪਿਤ ਸਨ ਕਿ ਆਪ ਨੇ ਆਪਣੀ ਤਨਖਾਹ ਵੀ ਇਸੇ ਹੀ ਅਰਥ ਲਈ ਸਿੰਘਾਂ ਦੀ ਸੇਵਾ ਹਿੱਤ ਵਰਤਣੀ ਆਰੰਭ ਕਰ ਦਿੱਤੀ। ਪਰ ਜਦੋਂ ਸੰਤਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਤਨਖਾਹ ਘਰ ਦੇਣ ਦੀ ਹਦਾਇਤ ਕੀਤੀ। 84 ਦੇ ਮਈ ਦੇ ਮਹੀਨੇ ਤਾਂ ਆਪ ਡਿਊਟੀ ਤੋਂ ਫਾਰਗ ਹੋ ਕੇ ਕੁਝ ਸਮੇਂ ਲਈ ਘਰ ਆਉਂਦੇ, ਨਹਾ ਧੋ ਕੇ ਫੇਰ ਸੰਤਾਂ ਕੋਲ ਪਹੁੰਚ ਜਾਂਦੇ। 30 ਮਈ 1984 ਨੂੰ ਆਪ ਹਮੇਸ਼ਾ ਦੀ ਤਰ੍ਹਾਂ ਬੈਂਕ 'ਚੋਂ ਛੁੱਟੀ ਪਿੱਛੋਂ ਘਰ ਗਏ ਤਾਂ ਘਰ ਕੁਝ ਰਿਸ਼ਤੇਦਾਰ ਮਿਲਣ ਆਏ ਹੋਏ ਸਨ। ਉਹਨਾਂ ਨੇ ਆਪ ਨੂੰ ਰਾਤ ਘਰ ਹੀ ਰੁਕ ਜਾਣ ਲਈ ਕਿਹਾ, ਪਰ ਆਪ ਨਾ ਰੁਕੇ ਤੇ ਸੰਤਾਂ ਦਾ ਰਾਤ ਲਈ ਪ੍ਰਸ਼ਾਦਾ ਲੈ ਕੇ ਚਲੇ ਗਏ। ਇਸ ਤੋਂ ਅਗਲੇ ਦਿਨ 1 ਜੂਨ ਨੂੰ ਸਰਕਾਰ ਦੀ ਹਦਾਇਤ ਤੇ CRP ਨੇ ਸ਼੍ਰੀ ਦਰਬਾਰ ਸਾਹਿਬ ਤੇ 7 ਘੰਟੇ ਗੋਲੀ ਚਲਾਈ। ਇਹ ਵੇਖ ਕੇ ਆਪ ਨੇ ਉਸ ਦਿਨ ਛੁੱਟੀ ਪਿੱਛੋਂ ਪਿੰਡ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਸਿੱਧਾ ਹੀ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ। ਆਪ ਦੀ ਪਤਨੀ ਆਪ ਦਾ ਪਤਾ ਲੈਣ ਲਈ ਚਿੰਤਾਤੁਰ ਹੋ ਕੇ ਅੰਮ੍ਰਿਤਸਰ ਆਈ, ਪਰ ਕਰਫਿਊ ਲੱਗ ਗਿਆ। 3 ਜੂਨ ਨੂੰ ਕਰਫਿਊ ਕੁਝ ਸਮੇਂ ਲਈ ਖੁੱਲ੍ਹਾ ਤਾਂ ਆਪ ਦੀ ਪਤਨੀ ਸ਼੍ਰੀ ਦਰਬਾਰ ਸਾਹਿਬ ਆ ਕੇ ਆਪ ਨੂੰ ਮਿਲੀ। ਪਤਨੀ ਨੇ ਆਪ ਨੂੰ ਘਰ ਚੱਲਣ ਲਈ ਕਿਹਾ ਤੇ ਆਪ ਨੇ ਕਿਹਾ, ਮੈਂ ਹੁਣ ਘਰ ਨਹੀਂ ਆਉਣਾ। ਜੇ ਸੰਤ ਇੱਥੋਂ ਨਿਕਲੇ ਤੇ ਫੇਰ ਮੈਂ ਨਿਕਲ ਆਊਂ, ਜੇ ਨਾ ਨਿਕਲੇ ਤੇ ਫੇਰ ਨਹੀਂ। ਪਤਨੀ ਨੇ ਕਿਹਾ, ਤੁਹਾਨੂੰ ਬੱਚੇ ਬੜਾ ਯਾਦ ਕਰਦੇ ਨੇ। ਆਪ ਕਹਿਣ ਲੱਗੇ, ਜੇ ਹੁਣ ਸ਼ਾਮ ਨੂੰ ਕਰਫਿਊ ਖੁੱਲ੍ਹਾ ਤਾਂ ਬੱਚਿਆਂ ਨੂੰ ਇੱਕ ਵਾਰ ਮਿਲਾ ਕੇ ਲੈ ਜਾਈਂ, ਨਹੀਂ ਤਾਂ ਗੁਰੂ ਰੱਖਾ। ਆਪ ਦੀ ਪਤਨੀ ਵਿਦਾ ਲੈ ਕੇ ਚਲੀ ਗਈ, ਪਰ ਫੇਰ ਕਰਫਿਊ ਨਾ ਖੁੱਲਿਆ ਤੇ ਜੰਗ ਛਿੜ ਪਈ। ਆਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਸ਼ਸਤਰਾਂ ਵਾਲੀ ਥਾਂ ਤੇ ਮੋਰਚਾ ਸੰਭਾਲ ਕੇ ਹਮਲਾਵਰ ਫੌਜੀਆਂ ਦੇ ਚੰਗੇ ਸੱਥਰ ਵਿਛਾਏ। ਆਪ ਨੂੰ ਖੁਸ਼ੀ ਸੀ ਕਿ ਆਪਣੇ ਧਰਮ ਅਸਥਾਨ ਦੀ ਰਾਖੀ ਕਰਦਿਆਂ ਜੰਗ ਦਾ ਚਾਅ ਵੀ ਪੂਰਾ ਹੋ ਰਿਹਾ ਹੈ। ਉੱਥੋਂ ਬਚ ਨਿਕਲੇ ਸਿੰਘਾਂ ਮੁਤਾਬਕ ਆਪ ਅਖੀਰ ਤੱਕ ਉਸ ਮੋਰਚੇ ਤੇ ਡਟੇ ਰਹੇ। ਇਸ ਮੋਰਚੇ ਤੇ ਆਪ ਨੇ 4 ਜੂਨ ਤੋਂ ਲੈ ਕੇ 6 ਜੂਨ ਤੱਕ ਕੁਝ ਵੀ ਖਾਣਾ ਠੀਕ ਨਾ ਸਮਝਿਆ। ਸਾਥੀਆਂ ਨੇ ਵਿੱਚੋਂ ਕੁਝ ਖਾਣ ਲਈ ਜ਼ੋਰ ਪਾਇਆ ਤਾਂ ਕਹਿੰਦੇ, ਜੇ ਮੈਂ ਕੁਝ ਖਾਣ ਲੱਗ ਪਿਆ ਤਾਂ ਉਹ ਦੁਸ਼ਮਣ ਘੰਟਾ ਘਰ ਦੀਆਂ ਪੌੜੀਆਂ ਲੰਘ ਆਉਣਗੇ। ਦਮਦਮੀ ਟਕਸਾਲ ਦੇ ਉੱਘੇ ਵਰਕਰ ਭਾਈ ਮੁਖਤਿਆਰ ਸਿੰਘ ਮੁਖੀ, ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਹੋਈ ਜੰਗ ਦੇ ਸਮੇਂ ਉੱਥੇ ਖੁਦ ਮੌਜੂਦ ਸਨ, ਉਹਨਾਂ ਨੇ ਦੱਸਿਆ ਕਿ ਜਦੋਂ ਜਨਰਲ ਸੁਬੇਗ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਤਾਂ ਉਹਨਾਂ ਨੇ ਫੌਜੀ ਕਹਿ ਕੇ ਕਿਸੇ ਸਿੰਘ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਤੇ ਫਿਰ ਉਸ ਨੂੰ ਕਿਹਾ ਕਿ ਉਹ ਉਹਨਾਂ ਨੂੰ ਫੌਜੀ ਤਰੀਕੇ ਅਨੁਸਾਰ ਚੁੱਕ ਕੇ ਸੰਤਾਂ ਕੋਲ ਲੈ ਜਾਵੇ। ਉਹ ਸਿੰਘ ਹੀ ਜਨਰਲ ਸੁਬੇਗ ਸਿੰਘ ਨੂੰ ਵਰਦੀ ਗੋਲੀ 'ਚ ਚੁੱਕ ਕੇ ਸੰਤਾਂ ਕੋਲ ਲੈ ਗਿਆ। ਉਹ ਫੌਜੀ ਸਿੰਘ ਭਾਈ ਸੁਬੇਗ ਸਿੰਘ ਫੌਜੀ ਹੀ ਸਨ। ਜਦੋਂ ਸੰਤ ਜਰਨੈਲ ਸਿੰਘ ਜੀ ਸਾਥੀ ਸਿੰਘਾਂ ਨਾਲ 6 ਜੂਨ ਨੂੰ ਸਵੇਰੇ 9:30 ਵਜੇ ਜਾਮੇ ਸ਼ਹਾਦਤ ਪੀਣ ਲਈ ਬਾਹਰ ਨਿਕਲਣ ਲੱਗੇ ਤਾਂ ਆਪ ਉਦੋਂ ਵੀ ਜ਼ਖਮੀ ਹਾਲ 'ਚ ਮੋਰਚੇ ਤੇ ਹੀ ਸਨ। ਸੰਤਾਂ ਨੇ ਪੁੱਛਿਆ, ਕਿਉਂ ਫੌਜੀਆ ਚੜ੍ਹਦੀ ਕਲਾ ਹੈ? ਆਪ ਕਹਿਣ ਲੱਗੇ, ਸੰਤ ਜੀ ਗੋਲੀ ਸਿੱਕਾ ਖਤਮ ਹੋ ਗਿਆ, ਜੇ ਹੈਗਾ ਤਾਂ ਦੇ ਦਿਓ। ਪਰ ਜਦੋਂ ਆਪ ਨੂੰ ਸੰਤਾਂ ਦੇ ਸ਼ਹੀਦੀ ਦੇਣ ਦੇ ਫੈਸਲੇ ਦਾ ਆਭਾਸ ਹੋਇਆ ਤਾਂ ਆਪ ਵੀ ਨਾਲ ਹੋ ਤੁਰੇ ਤੇ ਮੀਂਹ ਵਾਂਗ ਵਰ ਰਹੀ ਗੋਲੀ ਵਿੱਚ ਛਾਤੀ ਢਾਹ ਕੇ ਗੁਰੂ ਦੇ ਚਰਨਾਂ 'ਚ ਸਦਾ ਦੀ ਨੀਂਦ ਸੌਂ ਗਏ। ਸੋ ਇਹ ਸੀ ਜੀ ਇਤਿਹਾਸ ਉਸ ਮਰਦ ਸੂਰਮੇ ਦਾ ਜਿਹਦਾ ਨਾਂ ਸੀ ਭਾਈ ਸੁਬੇਗ ਸਿੰਘ ਜੀ ਫੌਜੀ। ਐਸੇ ਤਰ੍ਹਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਪਹਿਲਾਂ ਵੀ ਲੈ ਕੇ ਪੇਸ਼ ਹੁੰਦੇ ਰਹੇ ਹਾਂ, ਅੱਗੇ ਵੀ ਪੇਸ਼ ਹੁੰਦੇ ਰਵਾਂਗੇ। ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।